प्यारी साध संगत जी, वाहिगुरु जी का खालसा, वाहिगुरु जी की फतेह। साध संगत जी, ਅਭਿਆਸੀਆਂ ਲਈ ਕੁਝ ਜ਼ਰੂਰੀ ਗੱਲਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਮੁੱਖ ਰੱਖਦਿਆਂ ਹੋਇਆਂ ਭਜਨ ਬੰਦਗੀ ਕਰਨੀ ਚਾਹੀਦੀ ਹੈ, ਤਾਂ ਹੀ ਉਸ ਦਾ ਫਲ ਪ੍ਰਾਪਤ ਹੁੰਦਾ ਹੈ। ਕੋਈ ਵੀ ਮਾਂ ਜਦ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਉਸ ਦੇ ਮਨ ਦੇ ਅੰਦਰ ਇਹ ਤੀਬਰ ਇੱਛਾ ਹੁੰਦੀ ਹੈ ਕਿ ਉਸ ਦਾ ਬੱਚਾ ਗੱਲਾਂ ਕਰੇ। ਉਹ ਜਦ ਹੁੰਗਾਰਾ ਭਰਨ ਲੱਗ ਜਾਵੇ ਤਾਂ ਉਸ ਦੀ ਕੁਝ ਆਸ ਬੱਝ ਜਾਂਦੀ ਹੈ। ਜਦ ਮਾਂ ਉਸ ਦਾ ਨਾਮ ਲੈ ਕੇ ਆਵਾਜ਼ ਮਾਰਦੀ ਹੈ ਤਾਂ ਬੱਚਾ ਉਸ ਵੱਲ ਨਜ਼ਰ ਫੇਰ ਕੇ ਵੇਖਦਾ ਹੈ ਤਾਂ ਵਧੇਰੇ ਚਾਅ ਚੜ੍ਹ ਜਾਂਦਾ ਹੈ। ਹੁਣ ਉਹ ਚਾਹੁੰਦੀ ਹੈ ਕਿ ਬੱਚਾ ਉਸ ਦਾ ਨਾਮ ਲੈ ਕੇ ਮੂੰਹ ਨਾਲ ਬੋਲੇ। ਉਹ ਕਈ ਤਰੀਕੇ ਵਰਤਦੀ ਹੈ ਕਿ ਜਿਸ ਨਾਲ ਉਸ ਨੂੰ ਬੋਲਣਾ ਆ ਜਾਵੇ, ਪਰ ਫਿਰ ਵੀ ਜੇ ਬੱਚਾ ਨਾ ਬੋਲੇ ਤਾਂ ਉਸ ਨੂੰ ਚਿੰਤਾ ਲੱਗ ਜਾਂਦੀ ਹੈ ਕਿ ਕਿਧਰੇ ਉਸ ਦੀ ਜ਼ੁਬਾਨ ਨੂੰ ਤੰਦੂਆ ਤਾਂ ਨਹੀਂ ਪਿਆ ਹੋਇਆ। ਪਹਿਲਾਂ ਉਹ ਗੁਆਂਢਣਾਂ ਨਾਲ ਸਲਾਹ ਕਰਦੀ ਹੈ, ਆਪਣੀ ਮਾਂ ਨੂੰ, ਸੱਸ ਨੂੰ, ਸਿਆਣੀਆਂ ਦਾਈਆਂ ਦੀ ਸਲਾਹ ਲੈਂਦੀ ਹੈ ਕਿ ਦੇਖੋ ਕਿਧਰੇ ਇਸ ਦੀ ਜ਼ੁਬਾਨ ਤੇ ਨਹੀਂ ਜੁੜੀ ਹੋਈ। ਕਈ ਵਾਰੀ ਉਸ ਦੀ ਜ਼ੁਬਾਨ ਉਲਟਾ ਕੇ ਇਸ ਭਰਮ ਨੂੰ ਦੂਰ ਕਰਦੀ ਹੈ ਤੇ ਜਿਸ ਦਿਨ ਉਹ ਪਹਿਲੀ ਵਾਰੀ ਮਾਂ ਕਹਿ ਕੇ ਪੁਕਾਰਦਾ ਹੈ ਤਾਂ ਮਾਂ ਹੀ ਜਾਣਦੀ ਹੈ ਕਿ ਉਸ ਦਾ ਮਨ ਕਿੰਨਾ ਕੁ ਖੁਸ਼ ਹੁੰਦਾ ਹੈ। ਉਸਨੇ ਜੋ ਸੁਖਣਾ ਸੁਖੀਆਂ ਹੁੰਦੀਆਂ ਹਨ ਚੜਾਉਂਦੀ ਹੈ ਤੇ ਫੁੱਲੀ ਨਹੀਂ ਸਮਾਉਂਦੀ। ਇੱਕ ਵਾਰ ਵਾਹਿਗੁਰੂ ਕਹਿ ਕੇ ਦੂਜੀ ਵਾਰ ਉਚਾਰਨ ਕਰਨ ਨੂੰ ਚਿੱਤ ਕਰੇ ਤਾਂ ਸਮਝੋ ਮਾਂ ਘੋਲ ਘੁਮਾਉਂਦੀ ਹੈ। ਦੂਸਰਾ, ਭਜਨ ਬੰਦਗੀ ਦੀ ਪਹਿਲੀ ਸ਼ਰਤ ਇਹ ਹੈ ਕਿ ਮਾਂ ਸਾਡੀ ਹਾਜ਼ਰ ਹਜ਼ੂਰ ਹੈ ਤੇ ਅਸਾਂ ਉਸ ਨੂੰ ਰਿਝਾਉਣਾ ਹੈ। ਗੁਰ ਸਭਾ ਏਵ ਨਾ ਪਾਈਐ, ਨਾ ਨੇੜੈ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੈ, ਜਾਂ ਮਨ ਰਹਿ ਹਦੂਰ। ਮਨ ਨੂੰ ਹਜ਼ੂਰੀ ਵਿੱਚ ਰੱਖਣ ਲਈ ਇਹ ਜ਼ਰੂਰੀ ਹੈ ਕਿ ਸਾਨੂੰ ਇਸ ਦਾ ਗਿਆਨ ਹੋਵੇ ਕਿ ਮੈਂ ਇੱਕ ਨੰਨਾ ਜਿਹਾ ਬੱਚਾ ਹਾਂ ਤੇ ਮੇਰੀ ਮਾਂ ਨੇੜੇ ਤੋਂ ਵੀ ਨੇੜੇ ਹੈ ਤੇ ਮੇਰਾ ਕਰਤੱਵ ਕੇਵਲ ਉਸ ਨੂੰ ਖੁਸ਼ ਕਰਨ ਦਾ ਹੀ ਹੈ। ਇਸ ਤੋਂ ਉਲਟ ਕੀਤਾ ਹੋਇਆ ਜਾਪ ਕਿਸੇ ਵੀ ਅਰਥ ਨਹੀਂ। ਆਪਣਾ ਆਪ ਨਾ ਪਛਾਣਈ, ਹਰ ਪ੍ਰਭ ਜਾਤਾ ਦੂਰ, ਗੁਰ ਕੀ ਸੇਵਾ ਵਿਸਰੀ, ਕਿਉਂ ਮਨ ਰਹਿ ਹਜੂਰ। ਤੁਰਦਿਆਂ ਫਿਰਦਿਆਂ, ਬੈਠਦਿਆਂ ਉੱਠਦਿਆਂ ਤੇ ਖਾਸ ਕਰਕੇ ਅਭਿਆਸ ਵਿੱਚ ਬੈਠਿਆਂ ਮੁੜ ਮੁੜ ਇਹ ਪੜ੍ਹਨਾ ਹੈ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਇਸ ਦੇ ਉਚਾਰਨ ਵਿੱਚ ਦੋ ਗੱਲਾਂ ਹਨ। ਪਹਿਲੀ ਇਹ ਹੈ ਕਿ ਪ੍ਰਭੂ ਮੇਰੇ ਨਾਲ ਹੈ। ਦੂਜੀ ਇਹ ਹੈ ਕਿ ਉਸ ਨੂੰ ਸਦਾ ਯਾਦ ਰੱਖਣਾ ਹੈ। ਇਹ ਨਹੀਂ ਸਮਝਣਾ ਕਿ ਪੜ੍ਹਨ ਵਾਲੇ ਦੇ ਤਾਂ ਪ੍ਰਭੂ ਨਾਲ ਆ ਜਾਂਦਾ ਹੈ ਤੇ ਦੂਜੇ ਦੇ ਨਹੀਂ। ਸਗੋਂ ਉਹ ਤਾਂ ਨੀਚ ਊਚ ਸਭ ਦੇ ਨਾਲ ਹੈ, ਪਰ ਨਾਲ ਸਮਝਣ ਵਾਲਾ ਖੇੜੇ ਵਿੱਚ ਰਹਿੰਦਾ ਹੈ ਕਿ ਮੇਰੀ ਜੇਬ ਵਿੱਚ ਲੱਖ ਰੁਪਈਆ ਹੈ ਤੇ ਮੈਂ ਜਿਸ ਵੇਲੇ ਚਾਹਾਂ ਜੋ ਦਿਲ ਕਰੇ ਚੀਜ਼ ਖਰੀਦ ਸਕਦਾ ਹਾਂ। ਇਸ ਦੇ ਉਲਟ ਜੋ ਬੰਦਾ ਸਭ ਕੁਝ ਪਾਸ ਹੁੰਦਿਆਂ ਸੁਣਦਿਆਂ ਭੁੱਲ ਜਾਵੇ ਕਿ ਮੈਂ ਰਾਜਾ ਹਾਂ, ਉਹ ਭਿਖਾਰੀ ਬਣ ਕੇ ਪਰੇਸ਼ਾਨ ਰਹਿੰਦਾ ਹੈ। ਜੇ ਕੋਈ ਲਹਿਣੇਦਾਰ ਆ ਜਾਵੇ ਤਾਂ ਉਸ ਦੀਆਂ ਵੱਧ ਘੱਟ ਗੱਲਾਂ ਸੁਣ ਕੇ ਸ਼ਰਮਿੰਦਾ ਹੋਣਾ ਪੈਂਦਾ ਹੈ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਬਿਛਰਤ ਦੁਖ ਪਾਇਆ, ਸੋ ਗਤ ਭਈ ਹਮਾਰੀ। ਬੰਦਗੀ ਜੇਕਰ ਦਰਿਆ ਜਾਂ ਨਦੀ ਦੇ ਕੰਢੇ ਤੇ ਕੀਤੀ ਜਾਵੇ ਤਾਂ ਬੜੀ ਹੀ ਲਾਭਦਾਇਕ ਹੁੰਦੀ ਹੈ। ਜਦ ਬੰਦਾ ਮਾਂ ਦੇ ਪੇਟ ਵਿੱਚ ਪੁੱਠਾ ਲਟਕ ਰਿਹਾ ਸੀ ਤੇ ਦੁਖੀ ਹੋ ਕੇ ਪੁਕਾਰ ਕਰਦਾ ਸੀ ਕਿ ਹੇ ਪ੍ਰਭੂ, ਮੈਨੂੰ ਇਸ ਘੋਰ ਨਰਕ ਤੋਂ ਬਾਹਰ ਕੱਢ, ਮੈਂ ਬਾਹਰ ਨਿਕਲ ਕੇ ਵੀ ਤੁਹਾਡਾ ਨਾਮ ਜਪਾਂਗਾ। ਪਰਮਾਤਮਾ ਕਹਿੰਦਾ ਸੀ ਕਿ ਤੇਰੇ ਭਰਾ ਭੈਣ ਜਿੰਨੇ ਵੀ ਬਾਹਰ ਗਏ ਹਨ, ਉਹਨਾਂ ਨੇ ਬਾਹਰ ਨਿਕਲਦਿਆਂ ਹੀ ਮੈਨੂੰ ਭੁਲਾ ਦਿੱਤਾ ਹੈ। ਤੂੰ ਕੋਈ ਆਪਣਾ ਸ਼ਾਦੀ ਲਿਆ ਜੋ ਗਵਾਹੀ ਦੇਵੇ ਕਿ ਤੂੰ ਸੱਚਮੁੱਚ ਹੀ ਇਸ ਇਕਰਾਰ ਨੂੰ ਪੂਰਾ ਕਰੇਂਗਾ। ਜੀਵ ਸਭ ਦੇਵਤਿਆਂ ਪਾਸ ਜਾ ਕੇ ਹੱਥ ਜੋੜਦਾ ਹੈ, ਪਰ ਕੋਈ ਵੀ ਇਸ ਤੇ ਭਰੋਸਾ ਨਹੀਂ ਕਰਦਾ। ਅੰਤ ਜਲ ਦੇਵਤਾ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਜਦ ਇਹ ਮੈਨੂੰ ਸਪਰਸ਼ ਕਰੇਗਾ ਉਸ ਵੇਲੇ ਤਾਂ ਜ਼ਰੂਰ ਭਗਵਾਨ ਨੂੰ ਯਾਦ ਕਰੇਗਾ। ਇਸ ਲਈ ਸਾਡੇ ਗੁਰੂ ਸਾਹਿਬਾਨਾਂ ਨੇ ਜਿੰਨੇ ਵੀ ਅਸਥਾਨ ਬਣਾਏ ਸਨ, ਉਹ ਜਾਂ ਤਾਂ ਦਰਿਆਵਾਂ ਦੇ ਕੰਢਿਆਂ ਤੇ ਹਨ ਜਾਂ ਫਿਰ ਸਰੋਵਰ ਤੇ ਬੌਲੀਆਂ ਉਚੇਚੇ ਤੌਰ ਤੇ ਉੱਥੇ ਬਣਵਾਈਆਂ ਹਨ, ਕਿਉਂਕਿ ਵਰਨ ਦੇਵਤਾ ਅਭਿਆਸ ਵਿੱਚ ਸਹਾਇਤਾ ਕਰਦਾ ਹੈ। ਇਸ ਲਈ ਬੰਦਗੀ ਕਰਨ ਲੱਗਿਆਂ
ਜਲ ਦਾ ਗੜਵਾ ਜਾਂ ਗਿਲਾਸ ਆਪਣੇ ਪਾਸ ਜ਼ਰੂਰ ਰੱਖ ਲਓ। ਸਿਮਰਨ ਅਭਿਆਸ ਲਈ ਕੋਈ ਖਾਸ ਕਮਰਾ ਜਾਂ ਥਾਂ ਮਿੱਥ ਲੈਣੀ ਚਾਹੀਦੀ ਹੈ ਤੇ ਉਸ ਸਥਾਨ ਨੂੰ ਕਿਸੇ ਅਤਰ ਫਲੇਲ ਜਾਂ ਅਗਰਬੱਤੀ ਅਥਵਾ ਧੂਫ ਨਾਲ ਸੁਗੰਧਿਤ ਕਰ ਲੈਣਾ ਚਾਹੀਦਾ ਹੈ। ਇਸ ਨਾਲ ਇਕਾਗਰਤਾ ਵਿੱਚ ਸਹਾਇਤਾ ਮਿਲਦੀ ਹੈ ਤੇ ਹਰ ਰੋਜ਼ ਉਸੇ ਸਥਾਨ ਤੇ ਜੇਕਰ ਬੈਠਿਆ ਜਾਵੇ ਤਾਂ ਉਹ ਸਰਚਾਰਜ ਹੋ ਜਾਂਦਾ ਹੈ। ਅੰਦਰ ਵੜਦਿਆਂ ਸਾਰ ਹੀ ਪ੍ਰਭੂ ਦੀ ਯਾਦ ਵਿੱਚ ਜੁੜ ਜਾਈਦਾ ਹੈ। ਅਭਿਆਸ ਕਿਸੇ ਆਸਨ ਤੇ ਬੈਠ ਕੇ ਹੀ ਕਰਨਾ ਚਾਹੀਦਾ ਹੈ। ਆਸਨ ਉਹਨਾਂ ਦਾ ਹੋਣਾ ਚਾਹੀਦਾ ਹੈ ਹਿਰਨ, ਸ਼ੇਰ ਜਾਂ ਰਿੱਛ ਆਦਿ ਦੀ ਖੱਲ ਦਾ ਵੀ ਹੋ ਸਕਦਾ ਹੈ। ਹੋਰ ਕੁਝ ਨਾ ਹੋਵੇ ਤਾਂ ਲੱਕੜ ਦੇ ਫੱਟੇ, ਖਜੂਰ ਦੀ ਚਟਾਈ, ਘਾਹ ਦੇ ਮੂਹੜੇ ਆਤੇ ਵੀ ਬੈਠ ਕੇ ਭਗਤੀ ਕੀਤੀ ਜਾ ਸਕਦੀ ਹੈ। ਜਿਹੜੇ ਅਭਿਆਸੀ ਪਦਮ ਆਸਨ ਜਾਂ ਚੌਂਕੜੀ ਮਾਰ ਕੇ ਨਾਲ ਬੈਠ ਸਕਦੇ ਹੋਣ ਉਹ ਕਿਸੇ ਲੱਕੜ ਦੀ ਕੁਰਸੀ ਤੇ ਵੀ ਬੈਠ ਸਕਦੇ ਹਨ, ਪਰ ਉਸ ਦੀ ਪਿੱਠ ਜਾਂ ਢੋਹ ਬਿਲਕੁਲ ਸਿੱਧੀ ਹੋਣੀ ਚਾਹੀਦੀ ਹੈ। ਮੁੱਖ ਗੱਲ ਇਹ ਹੈ ਕਿ ਅਭਿਆਸ ਸਮੇਂ ਸਾਡੀ ਰੀੜ੍ਹ ਦੀ ਹੱਡੀ ਤੇ ਗਰਦਨ ਇੱਕ ਲਾਈਨ ਵਿੱਚ ਹੀ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਸਾਵਧਾਨਤਾ ਰਹੇ। ਜਿਵੇਂ ਕਿ ਹੁਕਮ ਹੈ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਆਸਨ ਤੇ ਬੈਠਣ ਲੱਗਿਆਂ ਕੁਝ ਸਮੇਂ ਲਈ ਧੰਨ ਗੁਰੂ ਨਾਨਕ ਦੇਵ ਜੀ ਦਾ ਜਾਪ ਕਰਨਾ ਚਾਹੀਦਾ ਹੈ ਤੇ ਨਾਲ ਇਹ ਨਿਸ਼ਚਾ ਲਿਆਉਣਾ ਚਾਹੀਦਾ ਹੈ ਕਿ ਉਹ ਮੇਰੇ ਆਲੇ ਦੁਆਲੇ ਆ ਗਏ ਹਨ ਤਾਂ ਉਹਨਾਂ ਅੱਗੇ ਨਿਮਰਤਾ ਨਾਲ ਜੋਦੜੀ ਕਰੋ ਕਿ ਜਗਤ ਗੁਰੂ ਗੁਰੂ ਨਾਨਕ ਦੇਵ ਜੀ, ਤੁਸੀਂ ਮੇਰੇ ਗੁਰੂ ਹੋ ਤੇ ਮੈਂ ਤੁਹਾਡਾ ਸਿੱਖ ਹਾਂ, ਭਾਵੇਂ ਨਾਮ ਤਰੀਕ ਹਾਂ ਪਰ ਹਾਂ ਤੁਹਾਡਾ ਹੀ। ਹੇ ਸੱਚੇ ਪਾਤਸ਼ਾਹ ਜੀ, ਤੁਸਾਂ ਮੈਨੂੰ ਮਨੁੱਖਾ ਜਨਮ ਬਖਸ਼ਿਆ ਹੈ ਤੇ ਗੁਰਸਿੱਖਾਂ ਦੇ ਘਰ ਪੈਦਾ ਕੀਤਾ ਹੈ, ਗੁਰਮੰਤਰ ਦੀ ਦਾਤ ਦਿੱਤੀ ਹੈ ਤੇ ਹੁਣ ਨੀਂਦ ਤੋਂ ਉਠਾ ਕੇ ਨਾਮ ਜਪਣ ਦਾ ਸ਼ੁਭ ਅਵਸਰ ਬਖਸ਼ਿਆ ਹੈ। ਮਹਾਰਾਜ ਜੀ, ਜਿੱਥੇ ਮੇਰੇ ਤੇ ਇੰਨੇ ਉਪਕਾਰ ਕੀਤੇ ਹਨ, ਥੋੜ੍ਹੀ ਰਹਿਮਤ ਹੋਰ ਕਰੋ ਤੇ ਮੇਰੇ ਪਾਸੋਂ ਉਹ ਸਿਮਰਨ ਕਰਵਾਓ ਜੋ ਤੁਸੀਂ ਆਪਣੇ ਸਿੱਖਾਂ ਪਾਸੋਂ ਕਰਵਾਉਣਾ ਲੋੜਦੇ ਹੋ। ਮੈਨੂੰ ਤਾਂ ਕੁਝ ਵੀ ਗਿਆਨ ਨਹੀਂ। ਆਸਨ ਛੋੜ ਸਿੰਘਾਸਨ ਬੈਠੇ, बैठे गुर की छाया, तन मन का अंधेरा चुका, ता गुर का शब्द सुनाया। इन्नी कुछ बेनती करके फिर वाहिगुरु का जाप शुरू करो। अभ्यासी नूं किसी गुरमुख की सहायता बहुत ही लोड़ींदी है, पर यह प्राप्त उसनूं हुंदी है जो अपने आप ते तरस करे कि मैं अपने प्रभु तो विछड़ा होया हाँ ते उसनूं जरूर ही मिलना है। ਆਪਣੇ ਤੇ ਮਿਹਰ ਕਰੇ ਤਾਂ ਗੁਰਮੁਖ ਦਾ ਮਿਲਾਪ ਹੁੰਦਾ ਹੈ, ਗੁਰਮੁਖ ਮਿਹਰ ਕਰੇ ਤਾਂ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਤੇ ਸਤਿਗੁਰੂ ਦੀ ਮਿਹਰ ਨਾਲ ਪ੍ਰਭੂ ਮਿਲਦਾ ਹੈ। ਜਦੋਂ ਅਸੀਂ ਨਾਮ ਜਪਦੇ ਹਾਂ ਤਾਂ ਸਾਡੇ ਨਿੱਕੇ ਨਿੱਕੇ ਪਾਪ ਸੜ ਜਾਂਦੇ ਹਨ। ਜਦ ਵੱਡਿਆਂ ਪਾਪਾਂ ਦੀ ਵਾਰੀ ਆਉਂਦੀ ਹੈ ਤਾਂ ਉਹ ਵਿਘਨ ਪਾਉਂਦੇ ਹਨ ਤੇ ਉਹਨਾਂ ਨੂੰ ਗੁਰੂ ਹੀ ਮਿਟਾ ਸਕਦਾ ਹੈ। ਇਸ ਲਈ ਗੁਰੂ ਤੋਂ ਬਗੈਰ ਭਗਤੀ ਹੋ ਹੀ ਨਹੀਂ ਸਕਦੀ। ਅਭਿਆਸੀ ਨੂੰ ਸਬਰ ਤੇ ਸੰਤੋਖ ਰੱਖਣਾ ਚਾਹੀਦਾ ਹੈ ਤੇ ਕਾਹਲ ਨਹੀਂ ਕਰਨੀ ਚਾਹੀਦੀ। ਸਦਾ ਹੀ ਚੜ੍ਹਦੀਆਂ ਕਲਾਂ ਵਿੱਚ ਰਹਿਣਾ ਚਾਹੀਦਾ ਹੈ, ਦਿਲ ਕਦੀ ਨਹੀਂ ਹਾਰਨਾ ਤੇ ਸਦਾ ਹੀ ਉਸ ਅਕਾਲ ਪੁਰਖ ਦੇ ਸ਼ੁਕਰਾਨੇ ਵਿੱਚ ਰਹਿਣਾ ਚਾਹੀਦਾ ਹੈ ਕਿ ਉਸਨੇ ਮੇਰੇ ਤੇ ਰਹਿਮਤ ਕੀਤੀ ਹੈ ਤੇ ਉਸ ਦਾ ਸਦਕਾ ਮੈਨੂੰ ਮਿਲਾਪ ਜ਼ਰੂਰ ਹੋਵੇਗਾ। ਹੌਸਲਾ ਨਹੀਂ ਹਾਰਨਾ ਚਾਹੀਦਾ। ਡਗਮਗ ਛਾ ਡਰੇ ਮਨ ਬੌਰਾ, अब तो जरे मरे सिद्ध पाइया, लीनो हाथ संधौरा। पिछले जमाने ਵਿੱਚ ਰਿਵਾਜ ਸੀ ਕਿ ਜਦ ਕਿਸੇ ਬੀਬੀ ਦਾ ਪਤੀ ਗੁਜ਼ਰ ਜਾਂਦਾ ਸੀ ਤਾਂ ਇੱਕ ਥਾਲ ਵਿੱਚ ਇੱਕ ਨਾਰੀਅਲ ਨੂੰ ਸੰਧੂਰ ਲਾ ਕੇ ਉਸ ਪਾਸੇ ਲੈ ਜਾਂਦੇ ਸਨ। ਜੇਕਰ ਬੀਬੀ ਉਸ ਨੂੰ ਆਪਣੇ ਹੱਥ ਵਿੱਚ ਫੜ ਲਵੇ ਤਾਂ ਉਸ ਦਾ ਮਤਲਬ ਇਹ ਸਮਝਿਆ ਜਾਂਦਾ ਸੀ ਕਿ ਉਹ ਆਪਣੇ ਪਤੀ ਨਾਲ ਸਤੀ ਹੋਵੇਗੀ, ਪਰ ਜੇਕਰ ਨਾ ਫੜੇ ਤਾਂ ਪਰਿਵਾਰ ਨੂੰ ਦੱਸਿਆ ਜਾਂਦਾ ਸੀ ਕਿ ਲੱਕੜਾਂ ਇੱਕ ਬੰਦੇ ਦੇ ਸੜਨ ਲਈ ਤਿਆਰ ਕਰਨ ਤੇ ਜੇਕਰ ਬੀਬੀ ਸੰਧੂਰ ਵਾਲਾ ਨਾਰੀਅਲ ਹੱਥ ਵਿੱਚ ਲੈ ਲਵੇ ਤੇ ਮਗਰੋਂ ਸੜਨ ਤੋਂ ਇਨਕਾਰ ਕਰ ਦੇਵੇ ਤਾਂ ਉਸ ਨੂੰ ਜ਼ਬਰਦਸਤੀ ਪਤੀ ਦੇ ਨਾਲ ਸਾੜ ਦਿੱਤਾ ਜਾਂਦਾ ਸੀ। ਕਬੀਰ ਸਾਹਿਬ ਜੀ ਫਰਮਾਉਂਦੇ ਹਨ ਕਿ ਹੇ ਅਭਿਆਸੀ, ਦੁਚਿੱਤਾਪਨ ਛੱਡ ਦੇ। ਹੁਣ ਤੂੰ ਇਸ ਰਸਤੇ ਵਿੱਚ ਪੈ ਗਿਆ ਹੈ ਤਾਂ ਤਕੜਾ ਹੋ ਕੇ ਲੱਗਾ ਰਹਿ। ਨਾਨਕ ਜਿਸ ਨੂੰ ਲੱਗਾ ਤਿਸ ਮਿਲੈ, ਲੱਗਾ ਸੋ ਪ੍ਰਵਾਨ। Accomplish or never attempt ਲਾਈਏ,
ਤਾਂ ਤੋੜ ਨਿਭਾਈਏ, ਨਹੀਂ ਤਾਂ ਨਾ ਲਾਈਏ। ਜਿੱਥੇ ਚਾਹ ਉੱਥੇ ਰਾਹ ਜ਼ਰੂਰ ਹੈ। ਇੱਕ ਵਾਰੀ ਜਦ ਮਨ ਪੱਕਾ ਬਣਾ ਲਈਏ ਕਿ ਮੈਂ ਮਿਲਣਾ ਹੈ, ਤਾਂ ਸਮਝੋ ਅੱਧਾ ਮਿਲਾਪ ਹੋ ਗਿਆ ਹੈ। ਹਾਫ ਦਾ ਬੈਟਲ ਇਜ਼ ਇਨ ਥਿੰਕਿੰਗ ਐਂਡ ਯੂ ਕੈਨ ਡੂ ਏ ਥਿੰਗ। ਲੱਕ ਬੱਧਾ ਅਰੋੜਿਆਂ ਤੇ ਮੁੰਨਾ ਕੋ ਲਾਹੌਰ। ਹਿੰਮਤ ਕਰਨ ਨਾਲ ਮੋਰਚਾ ਫਤਿਹ ਹੋ ਹੀ ਜਾਂਦਾ ਹੈ। ਨਾਮ ਜਪਣ ਵਾਲੇ ਨੂੰ ਭਲੀ ਪ੍ਰਕਾਰ ਸਮਝ ਲੈਣਾ ਚਾਹੀਦਾ ਹੈ ਕਿ ਪਿਆਰ ਤੇ ਸਤਿਕਾਰ ਨਾਲ ਇੱਕ ਵਾਰੀ ਵਾਹਿਗੁਰੂ ਕਹਿਣ ਨਾਲ ਸਾਰੇ ਸਰੀਰ ਵਿੱਚ ਝਰਨਾਟਾਂ ਛਿੜ ਜਾਂਦੀਆਂ ਹਨ ਤੇ ਰੋਮ ਰੋਮ ਚੋਂ ਆਪ ਮੁਹਾਰੇ ਵਾਹਿਗੁਰੂ ਨਿਕਲਦਾ ਹੈ। ਸਰੀਰ ਦੇ 7 ਕਰੋੜ ਰੋਮ ਹਨ, ਉਹ ਇੱਕਦਮ ਖੜੇ ਹੋ ਜਾਂਦੇ ਹਨ ਤੇ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਵਾਦ ਹੀ ਸਵਾਦ, ਰਸ ਹੀ ਰਸ ਆ ਜਾਂਦਾ ਹੈ। ਗੁਰਮੁਖ ਰੋਮ ਰੋਮ ਹਰ ਧਿਆਵੈ ਹੈ। ਭਜਨ ਵਿੱਚ ਗਿਣਤੀ ਪ੍ਰਵਾਨ ਨਹੀਂ, ਸਗੋਂ ਪ੍ਰੇਮ ਤੇ ਸਤਿਕਾਰ ਪ੍ਰਵਾਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।